सतनाम। श्री वाहिगुरु जी सलोक महला तीजा। गुर सेवा ते सुख उपजै, फिर दुख न लगे आय। जम्मण मरना मिट गया, काले का किछ न बसाई। हर सेती मन रब रहिया, सच्चै रहा समाई। नानक हों बलिहारी तिन को, जो चलन सतगुर भाए। महला तीजा। बिन शब्दें शुद्ध न होवई, जे अनेक करें श्रृंगार। पिर की सार न जानई, दूजै भाए प्यार। साक सुध साकु लखणी, नानक नारी विच कुनार। पौड़ी। हर हर अपनी दया कर, हर बोली बैणी। हर नाम ध्याही हर उचरा, हर लाहा लैनी। जो जपदे हर हर दिनस रात, तिन्हों कुर बैणी। जिन्ना सतगुर मेरा प्यारा अराध्या, तिन जन देखा नैणी। हों वारिया हों वारिया अपने गुरु को, जिन मेरा हर सज्जन मिलिया सैणी। हों वारिया अपने गुरु को, जिन मेरा हर सज्जन मिलिया सैणी। वाहिगुरु जी का खालसा, वाहिगुरु जी की फतेह। सतगुरु गुरु गरीब निवाज धन धन साहिब श्री गुरु ग्रंथ से महाराज सच्चे पातशाह जी ने ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਰੂਪ ਦੇ ਵਿੱਚ ਜੋ ਪਾਵਨ ਸ਼ਲੋਕ ਸਾਨੂੰ ਗੁਰੂ ਸਾਹਿਬ ਜੀ ਨੇ ਸ਼੍ਰੀ ਮੁੱਖ ਵਾਕ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਉਹ ਸ਼ਲੋਕ ਮੁੱਖ ਵਾਕ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੇ ਦੁਆਰਾ ਉਚਾਰਨ ਕੀਤਾ ਹੈ। ਹਮੇਸ਼ਾ ਬੇਨਤੀ ਕਰਦੇ ਹਾਂ ਕਿ ਜੇ ਆਪਾਂ ਸੇਵਾ ਦੀ, ਜੇ ਸਿਮਰਨ ਦੀ ਗੱਲ ਕਰਾਂਗੇ ਤਾਂ ਉਸ ਵਕਤ ਸਾਨੂੰ ਗੱਲ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਕਰਨੀ ਪਏਗੀ। ਜੇ ਆਪਾਂ ਕਹੀਏ ਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ 12 ਸਾਲ ਲਗਾਤਾਰ ਉਹਨਾਂ ਨੇ ਨਿਸ਼ਕਾਮ ਨਿਤਨੇਮ, ਨਿਤ ਦੇ ਨੇਮ ਦੇ ਅਨੁਸਾਰ ਉਹਨਾਂ ਪਾਣੀ ਦੀ ਜਿਹੜੀ ਗਾਗਰ ਸੀ ਉਹ ਢੋਂਦੇ ਰਹੇ, ਸੇਵਾ ਕਰਦੇ ਰਹੇ, ਤਾਂ ਉਹਨਾਂ ਨੂੰ ਗੁਰਿਆਈ ਮਿਲੀ। ਜੇ ਕੇਵਲ ਪਾਣੀ ਢੋਣ ਦੇ ਨਾਲ ਹੀ ਗੁਰਿਆਈ ਮਿਲੇ ਤਾਂ ਅੱਜ ਵੀ ਤੁਸੀਂ ਪੰਜਾਬ ਦੀ ਧਰਤੀ 'ਤੇ ਤੱਕੋ, ਅੱਜ ਵੀ ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਹੁਣ ਤੇ ਹੋ ਸਕਦਾ ਅਲੋਪ ਹੋਵੇ ਗੱਲ, ਤਾਂ ਪਾਣੀ ਢੋਣ ਵਾਲੇ ਮਹਿਰੇ ਜਾਤੀ ਨਾਲ ਸੰਬੰਧਿਤ ਜਿਨ੍ਹਾਂ ਨੂੰ ਝਿਓਰ ਕਹਿੰਦੇ ਆ, ਉਹਨਾਂ ਦੀਆਂ ਤੇ ਪੀੜ੍ਹੀਆਂ ਲੰਘ ਜਾਂਦੀਆਂ ਪਾਣੀ ਢੋਂਦਿਆਂ। ਦਰਅਸਲ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੱਲੀ ਗਾਗਰ ਹੀ ਨਹੀਂ ਸੀ ਢੋ ਰਹੇ, ਗਾਗਰ ਦੇ ਪਿੱਛੇ ਗੁਰੂ ਸਾਹਿਬ ਜੀ ਦਾ ਇੱਕ ਸਿਧਾਂਤ ਸੀ। ਗਾਗਰ ਦੇ ਪਿੱਛੇ ਗੁਰੂ ਸਾਹਿਬ ਜੀ ਇੱਕ ਰਮਜ ਪਿੱਛੇ ਰਹੱਸ ਸੀ। ਪਾਣੀ ਢੋਣਾ ਹੀ ਸੇਵਾ ਨਹੀਂ, ਦਰਅਸਲ ਜਿਹੜੀ ਉਹ ਸੇਵਾ ਕਰ ਰਹੇ ਸਨ ਉਹਨਾਂ ਪਿੱਛੇ ਉਹਨਾਂ ਦੀ ਘਾਲਣਾ ਸੀ। ਉਹ ਸੇਵਾ ਦੇ ਪਿੱਛੇ ਕੋਈ ਨਾ ਕੋਈ ਮਕਸਦ ਸੀ, ਕਿਸੇ ਮੰਜ਼ਿਲ ਮਕਸੂਦ ਨੂੰ ਉਹਨਾਂ ਨੇ ਤੈਅ ਕਰਨਾ ਸੀ। ਜਿੰਨੀ ਵੀ ਆਪਾਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਕਿਸੇ ਨਾ ਕਿਸੇ ਸ਼ਬਦ ਵਿੱਚੋਂ ਸੇਵਾ ਤੇ ਸਿਮਰਨ ਦੀ ਝਲਕ ਜ਼ਰੂਰ ਲਾਜ਼ਮੀ ਪੈਂਦੀ ਹੈ। ਬੜੇ ਉਹਨਾਂ ਦੇ ਸ਼ਬਦ ਨੇ। ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹ ਲਓ, ਉਹਨਾਂ ਨੇ ਮਨੁੱਖ ਦੇ ਉਸ ਰੂਪ ਨੂੰ, ਉਸ ਨਕਸ਼ੇ ਨੂੰ ਖਿੱਚਿਆ ਕਿ ਬੰਦਾ ਬਾਹਰੋਂ ਤਾਂ ਬੜਾ ਨਿਰਮਲ, ਬਾਹਰੋਂ ਤਾਂ ਬੜਾ ਚੰਗਾ ਹੋਣ ਦਾ ਵਿਖਾਵਾ ਕਰ ਰਿਹਾ ਹੈ, ਪਰ ਕਹਿੰਦੇ ਅੰਦਰ ਕਹਿੰਦੇ ਇਹਦੇ ਮੈਲ ਛੁਪੀ ਹੋਈ ਹੈ। ਗੁਰੂ ਅਮਰਦਾਸ ਜੀ ਦੀਆਂ ਉਹ ਸਾਰੀਆਂ ਪੌੜੀਆਂ ਤੁਸੀਂ ਰੋਜ਼ ਪੜ੍ਹਦੇ ਹੋ। ਸੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਬਖਸ਼ਿਸ਼ ਕਿਰਪਾ ਕੀਤੀ ਹੈ, ਕਿਉਂਕਿ ਜਿਸ ਵਕਤ ਗੁਰੂ ਅਮਰਦਾਸ ਸਾਹਿਬ ਗੁਰੂ ਨਹੀਂ ਬਣੇ, ਵੇਖੋ ਭਾਈ ਲਹਿਣਾ ਜਦੋਂ ਲਹਿਣਾ ਸੀ
ਪਹਿਲਾਂ ਉਹ ਕੀ ਕਰਦਾ ਰਿਹਾ ਉਹਦੇ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ। ਪਰ ਜਦੋਂ ਲਹਿਣਾ ਪੂਰਨ ਗੁਰੂ ਦੀ ਪ੍ਰਾਪਤੀ ਪਾ ਕੇ, ਪੂਰਨ ਗੁਰੂ ਦੀ ਬਖਸ਼ਿਸ਼ ਲੈ ਕੇ ਉਸ ਗੁਰਿਆਈ ਦਾ ਮਾਲਕ ਬਣਿਆ, ਸਿੱਖਾਂ ਦਾ ਸੰਬੰਧ ਭਾਈ ਲਹਿਣੇ ਨਾਲ ਨਹੀਂ, ਸਿੱਖਾਂ ਦਾ ਸੰਬੰਧ ਫਿਰ ਉਸ ਦਿਨ ਤੋਂ ਗੁਰੂ ਅੰਗਦ ਦੇ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਜੁੜਦਾ ਹੈ। ਬਾਬਾ ਅਮਰਦਾਸ ਜੀ, ਜੇ ਕੋਈ ਅੱਜ ਕਵੇ ਦੇਖੋ ਜੀ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਤਾਂ ਪਹਿਲਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ, ਕਿਉਂਕਿ ਅੱਜ ਥੋੜਾ ਜਿਹਾ ਜਿਹੜਾ ਟੌਪਿਕ ਹੈ ਨਾ ਸਿੰਘ ਸਭਾ ਲਹਿਰ ਦਾ, ਉਹ ਇਸੇ ਵਿਸ਼ੇ ਨੂੰ ਟੱਚ ਕਰਦਾ ਹੈ। ਜੇ ਆਪਾਂ ਕਹੀਏ ਭਾਈ ਲਹਿਣਾ ਵੀ ਇਹੀ ਕੰਮ ਕਰਦਾ ਸੀ। ਬਾਬਾ ਅਮਰਦਾਸ ਜੀ ਵੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ। ਹਰ ਸਾਲ ਉਹ ਜਾਂਦੇ ਸਨ ਦੇਵੀ ਦੀ ਉਪਾਸਨਾ ਕਰਨ, ਤੇ ਜੇ ਹੁਣ ਸਿੱਖ ਇਹ ਕਰ ਲੈਂਦੇ ਨੇ ਤਾਂ ਫਿਰ ਕਿਹੜੀ ਵੱਡੀ ਗੱਲ ਹੈ। ਭਾਈ ਲਹਿਣਾ ਬਾਬਾ ਅਮਰਦਾਸ ਜੀ ਉਹਨਾਂ ਚਿਰ ਇਹ ਕੁਝ ਕਰਦੇ ਰਹੇ ਜਿੰਨਾ ਚਿਰ ਉਹ ਅਗਿਆਨਤਾ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸਨ। ਜਦੋਂ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਜਦੋਂ ਅਗਿਆਨਤਾ ਨਾ ਸਮਝੀ ਖਤਮ ਹੋ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ, ਤੇ ਫਿਰ ਭਾਈ ਲਹਿਣਾ ਤੇ ਬਾਬਾ ਅਮਰਦਾਸ ਜੀ ਨੇ ਦੇਵੀ ਦੇਵਤਿਆਂ ਦੀ ਪੂਜਾ ਉਪਾਸਨਾ ਨਹੀਂ ਕੀਤੀ, ਸਗੋਂ ਉਹਨਾਂ ਦੀ ਬਾਣੀ ਦੇ ਵਿੱਚੋਂ ਝਲਕ ਮਿਲਦੀ ਹੈ ਕਿ ਇਹ ਚੀਜ਼ਾਂ ਤੁਹਾਡਾ ਕੁਝ ਸਵਾਰ ਨਹੀਂ ਸਕਦੀਆਂ। ਜਿਵੇਂ ਮੁਰਦਾ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ, ਜਿਉਂਦੇ ਬਾਪੂ ਨੂੰ ਹੋ ਸਕਦਾ ਕੋਈ ਤੇਲ ਸਾਬਣ ਚੱਜ ਦਾ ਕੋਈ ਤੌਲੀਆ ਨਾ ਹੀ ਦਵੇ, ਮਰਨ ਤੋਂ ਬਾਅਦ ਵੇਖੋ ਤੇ ਸਹੀ ਕਿਵੇਂ ਲੋਕ ਆਲੇ ਦੁਆਲੇ ਫੁੱਲ ਲੈ ਕੇ ਖਲੋਤੇ ਹੁੰਦੇ ਨੇ। ਬਾਣੀ ਦਾ ਫੈਸਲਾ ਹੈ, ਜੇ ਮਿਰਤਕ ਕੋ ਚੰਦਨ ਚੜਾਵੇ, ਬਾਪੂ ਵੀ ਕਹਿੰਦਾ ਹੋਣਾ ਵੀ ਉਦੋਂ ਤਾਂ ਕੋਈ ਮੈਨੂੰ ਫੁੱਲਾਂ ਦੀ ਕਿਆਰੀ ਵਿੱਚ ਨਹੀਂ ਸੀ ਘੁਮਾਉਣ ਲਈ ਲੈ ਕੇ ਜਾਂਦਾ, ਅੱਜ ਵੇਖੋ ਕਿਦਾਂ ਆਲੇ ਦੁਆਲੇ ਗੁਲਦਸਤੇ ਲਈ ਖੜੋਤੇ ਨੇ। ਮੇਰੇ ਸਤਿਗੁਰੂ ਕਹਿੰਦੇ ਬਾਣੀ ਵਿੱਚ, ਤੇ ਉਹ ਵੀ ਕਹੇਗਾ ਵੀ ਮੈਂ ਹੁਣ ਇਹ ਫੁੱਲ ਕੀ ਕਰਨੇ, ਹੁਣ ਕਿਹੜਾ ਮੈਂ ਇਹਨੂੰ ਸੁੰਘ ਸਕਦਾ, ਹੁਣ ਤੇ ਉਹ ਸ਼ਕਤੀ ਹੋਈ ਨਹੀਂ। ਬਾਣੀ ਕਹਿ ਰਹੀ ਹੈ ਜੇ ਮਿਰਤਕ ਕੋ, ਮਿਰਤਕ ਮੁਰਦਾ ਬੰਦਾ, ਜੇ ਮਿਰਤਕ ਕੋ ਚੰਦਨ ਚੜਾਵੇ, ਜੇ ਚੰਦਨ, ਜੇ ਤੁਸੀਂ ਉਹਨਾਂ ਨੂੰ ਸੁਗੰਧੀਆਂ ਵਾਲੀਆਂ ਵਸਤੂਆਂ ਦੇਣੀਆਂ ਹੀ ਨੇ ਤਾਂ ਜਿਉਂਦੇ ਜੀ ਇਹ ਸਭ ਕੁਝ ਆਪਾਂ ਕਰ ਸਕਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਜੇ ਮਿਰਤਕ ਕੋ ਚੰਦਨ ਚੜਾਵੇ, ਤਿਸ ਤੇ ਕਹੋ ਕਵਨ ਕਿਆ ਫਲ ਪਾਵੇ। ਕਹਿੰਦੇ ਉਹਦੇ ਤੋਂ ਫਿਰ ਕੀ ਪ੍ਰਾਪਤੀ ਹੋਵੇਗੀ, ਕੁਝ ਵੀ ਨਹੀਂ। ਬੇਨਤੀ ਕਰ ਰਹੇ ਸਾਂ ਕਿ ਪਹਿਲਾਂ ਜੀਵਨ ਅਗਿਆਨਤਾ ਵਾਲਾ ਸੀ। ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਬਾਬਾ ਅਮਰਦਾਸ ਨਹੀਂ ਰਹੇ, ਉਹ ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਣੇ, ਜਿਨ੍ਹਾਂ ਦੇ ਬਾਬਤ ਭੱਟਾਂ ਨੇ ਇਹ ਗੱਲ ਕਹੀ ਹੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨੈ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਬੰਦੇ ਦੀ ਉਪਮਾ ਕਿੰਨੀ ਕੁ ਕਰੋਗੇ, ਉਹਦੀ ਜ਼ਮੀਨ ਜਾਇਦਾਦ ਦੀ, ਧਨ ਦੌਲਤ ਦੀ, ਉਹਦੇ ਸੁਹੱਪਣ ਦੀ, ਲੀੜੇ ਕੱਪੜੇ ਦੀ, ਗੱਡੀਆਂ ਮੋਟਰ ਕਾਰਾਂ ਦੀ, ਇਦੋਂ ਗਾਹਾਂ ਕੋਈ ਉਹਦੀ ਸਿਫਤ ਨਹੀਂ ਹੋ ਸਕਦੀ, ਖਤਮ ਹੋ ਜਾਣੀ ਹੈ। ਗੁਰੂ ਦੀ ਸਿਫਤ ਜ਼ਿੰਦਗੀ ਭਰ ਕਰਦੇ ਰਹੋ, ਇਹ ਸਿਫਤ ਦਾ ਕਦੀ ਐਂਡ ਨਹੀਂ, ਕਦੀ ਖਤਮ ਨਹੀਂ ਹੋਣੀ। ਤਾਂ ਆਓ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਅੰਮ੍ਰਿਤ ਵੇਲੇ ਦਾ ਪਾਵਨ ਸ਼ਬਦ ਹੈ ਸੋਰਠ ਰਾਗ ਤੋਂ ਉਪਰੰਤ ਜਿਹੜੀ ਸੋਰਠ ਕੀ ਵਾਰ ਹੈ, ਕਿਉਂਕਿ ਸਤਿਗੁਰਾਂ ਨੇ ਬੇਅੰਤ ਬਾਣੀ ਉਚਾਰਨ ਕੀਤੀ ਹੈ। ਜਿਹੜੀ ਰਾਗਾਂ ਤੋਂ ਵੱਧ ਗਈ ਸੀ ਨਾ ਬਾਣੀ, ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਖੀਰਲੇ ਰਾਗਾਂ ਤੋਂ ਬਾਅਦ ਸਵਈਆਂ ਤੋਂ ਉਪਰੰਤ ਉਹਦਾ ਨਾਮ ਤਤਕਰੇ ਵਿੱਚ ਲਿਖਿਆ ਗਿਆ ਵਾਰਾਂ ਤੇ ਵਧੀਕ। ਜਿਹੜੀ ਇਹ ਬਾਣੀ ਵਧੀਕ ਵੱਧ ਚੁੱਕੀ ਸੀ ਉਹ ਅਖੀਰ ਵਿੱਚ ਦਰਜ ਕੀਤੀ ਗਈ। ਤੋ ਸਤਿਗੁਰੂ ਜੀ ਕਿਰਪਾ ਕਰਦੇ ਨੇ। ਸਲੋਕ ਮਹੱਲਾ ਤੀਜਾ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਸਵਾਲ ਇਹ ਪੈਦਾ ਹੁੰਦਾ ਵੀ ਆਪਾਂ ਸੇਵਾ ਕਿਹਦੀ ਕਰਦੇ ਹਾਂ। ਦੁਨੀਆ ਵਿੱਚ ਸਮਾਜ ਵਿੱਚ ਵਿਚਰਦੇ ਹਾਂ, ਆਪਾਂ ਕਹਿੰਦੇ ਵੀ ਇੱਕ ਗਰੀਬ ਦੀ, ਮੁਫਲਿਸ ਦੀ, ਇੱਕ ਮੰਗਤੇ ਦੀ, ਬਈ ਲੋੜਵੰਦ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਤੇ ਇੱਥੇ ਸਵਾਲ ਪੈਦਾ ਹੁੰਦਾ ਵੀ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਇਹਦਾ ਮਤਲਬ ਗੁਰੂ ਲੋੜਵੰਦ ਹੈ ਕਿ ਗੁਰੂ ਨੂੰ ਵੀ ਸਾਡੀ ਸੇਵਾ ਦੀ ਲੋੜ ਹੈ। ਸੇਵਾ ਤਾਂ ਹਮੇਸ਼ਾ ਕਮਜ਼ੋਰ ਦੀ ਤੇ ਇੱਕ ਗਰੀਬ ਦੀ ਕੀਤੀ ਜਾਂਦੀ ਹੈ, ਪਰ ਜਦੋਂ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ ਸਮਝਾਂਗੇ, ਕਿਉਂਕਿ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ
सारे जीवां दे विच वसदा है। अव्वल अल्लाह नूर उपाया कुदरत के, सब बंदे जो दिसै सो तेरा रूप, गुर सेवा ते सुख उपजै। गुरु दी सेवा दे विचों ही सुख पैदा हुंदे ने। सुख किद्दां पैदा हुंदे ने? क्योंकि जिहड़ा गुरु है ना वो जीवां दे विच ही वसदा है। गुरुआं दा इतिहास पढ़ लो। धन गुरु अर्जुन देव महाराज सच्चे पातशाह जी आप खुद चल के लाहौर दी धरती ते जांदे ने, ते मेरे सतगुरु सच्चे पातशाह ने तरन ताਰਨ दी धरती ते बकायदा कोड़ी आश्रम आदिक खोलिया। कीरतपुर साहब दी धरती ते सतवें गुरदेव ने बकायदा उत्थे बाग लगाए, ते उत्थे भी दवाखाने बकायदा खोले गए। इहदा मतलब जे गुरु चाहुंदा ते अपनी एक दृष्टि दे नाल ही सारियां दे रोग दूर करन दी समर्था रख सकदा है। जिस गुरु विच इन्नी शक्ति ते पावर है वो ये सब कुछ कर सकदा है। पर अज जिन्हां दे पल्ले कुछ नहीं, असीं उन्हां तों आस रखदे हां कि शायद बाबा जी सिर ते हथ रखणगे ते सारे दुख दूर हो जाणगे। कि गुरु अमरदास साहब जी ऐसा नहीं सी कर सकते? कर सकते सन। गुर सेवा ते सुख उपजै। सतगुरु दी सेवा तो भाव की है? जदों आपां किसी मनुख दी लोड़वंद दी मुफलस दी जदों सेवा करते हैं ना, तो वो मान लो गुरु दी ही सेवा है। किन्ने इतिहासक हवाले तुहाडे सामने ने कि जिहड़ी चीज़ जिहड़ी वस्तु कोई सिख अपने गुरु वास्ते लैके जा रहे है, तो रस्ते दे विच कहंदे किसी सिख ने भाई कट्टू ने वो शहद जदों मंगिया, वो कहंदा नहीं नहीं मैं अपने 6वें पातशाह दे वास्ते लैके चलिया। वो कहंदा लै जी गड़बा भरिया होया कुजा, एक छटांकी थोड़ा जिहा ही चटा दे, कहंदे जूठा करना तू ये थोड़ा जा करदा तू सारा खा जाएगा। कहंदा नहीं एवें भोरा जा ही मैनू छका दे। कहंदे वो कहन लगे नहीं मैं 6वें पातशाह दे वास्ते लैके चलिया। कहंदे जो 6वें पातशाह दे कोल लैके गए, पहली गल तो सतगुरां ने ध्यान ही नहीं दिता, क्योंकि ओदी जिहड़ी वस्तु ते ओदे दान विच हौमे ते हंकार छुपिया होया सी। गुरु ने ध्यान नहीं दिता। अखीर फिर गुरु दे अगे रखदे लिखण वाले लिखदे ने जदों सतगुरां ने उस कुजे तो जदों पर्दा कपड़ा हटाया तो उहदे विचों बो आ रही सी। मेरे सतगुरु जी कहंदे ये असीं की करना है, ये असीं की खाना है? तो कहंदा सतगुरु जी लैके तां शायद ही आया सा, पर पता नहीं ये की कहानी बन गई, वो खराब हो गया, किद्दां होया ये नहीं पता। पर सतगुरु गुरु हरगोबिंद साहिब महाराज कहंदे रस्ते विच जदों मैं मंगदा सां उदों तू मैनू दिता नहीं, तो हुण असीं खा के की करना है? कहंदा सतगुरु जी की वो तुसीं सी? मेरे पातशाह कहंदे गुर सिखां अंदर सतगुर वरतै चुन कड्डे लद्दो वारे। क्योंकि गुरु साहब अपने सिखां विच वसदे ने। किहड़े सिखां विच? जिहड़े गुरु दी सिੱਖਿਆ नूं मनदे ने। ये नहीं भी जिहड़ा मड़ी नूं पूजदा वो कहंदा मैं भी सिੱਖ हां, जिहड़ा एवें देहधारियां दी पूजा करदा वो कहंदा मैं भी सिੱਖ होना। इत्थे दरबार विच कहंदा भी आ राज करेगा खालसा अब की रहे ना कोई। कहंदे सब तो पहला फोन करके पंडित ते पखंडी नूं पुछदा है, ते कई भी जांदा है राज करेगा खालसा। ते मेरे सतगुरु कहंदे गुर सेवा ते सुख उपजै फिर दुख ना लगे आए। जदों सतगुरां दी सेवा तो भाव मनुख नूं सुख की प्राप्त हुंदा है। मेरे पातशाह कहंदे दुख ना लगे आए। जदों किसी दुखी दी लोड़वंद दी तुसीं सेवा करदे हो, तुसीं अपने आप विच किन्ने संतुष्ट हो जांदे हो, तुहानूं किन्नी खुशी महसूस हुंदी है। वैसे तो आपां वेखदे हां भी जदों बंदा कोई बीमार भी होवे ना, बीमार भी होवे उहदा जदों आपां पता लैण जांदे हां ना, दरअसल पता नहीं लैण जांदे, असीं एहसान चढ़ाउण जांदे हां। वेख जदों तू बीमार होया सी ते हॉस्पिटल विच मैं तेरा 4 वारी पता लैके आया सी, ते जो अगों कोई कब्बा जा होवे वो कहंदे हुण तू बीमार हो ते मैं 5 वारी पता लैण आऊँ। फिर मेरे ख्याल च आपां चुप हो जांगे। किसी दा हाल चाल पुछण लगियां भी असीं दूजे ते एहसान ही चढ़ाउण जाने आ। ते इत्थे मेरे सतगुरु कहंदे गुर सेवा ते सारे पढ़ दो। गुर सेवा ते सुख उपजै फिर दुख न लगे आए। गुर सेवा ते सुख उपजै फिर दुख ना लगे आए। गुर सेवा ते
ਗੁਰ ਸੇਵਾ ਤੇ ਉੱਚੀ ਬੋਲਿਆ ਕਰੋ। ਜੇ ਕਿਤੇ ਕਹਿਣਾ ਹੋਵੇ ਵੀ ਬਾਦਲ ਜਿੱਤੂਗਾ, ਫਲਾਨਾ ਜਿੱਤੂਗਾ, ਵੇਖੋ ਲੋਕ ਰਗਾਂ ਬਿਠਾ ਲੈਂਦੇ ਆ, ਬੋਲੀਆਂ ਪਾਉਣੀਆਂ ਹੁਣ ਮੇਰੀਆਂ ਭੈਣਾਂ ਕਿਸੇ ਨੂੰ ਰਲਣੀ ਨਹੀਂ ਦਿੰਦੀਆਂ। ਇਸ ਵਾਸਤੇ ਬੇਨਤੀ ਹੈ, ਗੁਰੂ ਦਾ ਸ਼ਬਦ ਹੈ, ਸੰਗਣਾ ਨਹੀਂ। ਅਸੀਂ ਇੱਕ ਦੂਜੇ ਵੱਲ ਵੇਖਦੇ ਹੁੰਦੇ ਵੀ ਮੇਰੀ ਆਵਾਜ਼ ਕਿਤੇ ਇਹਨੂੰ ਨਾ ਸੁਣ ਜੇ। ਚਲੋ ਜਪੋ ਜੀ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਗੁਰ ਵਾਹ ਵਾਹ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਗੁਰ ਜਿਹੜਾ ਸੁੱਖ ਗੁਰੂ ਦੀ ਸੇਵਾ ਤੋਂ ਪੈਦਾ ਹੁੰਦਾ ਹੈ, ਗੁਰੂ ਦੇ ਸਿਮਰਨ ਤੋਂ, ਗੁਰੂ ਦੇ ਗਿਆਨ ਤੋਂ, ਗੁਰੂ ਦੀ ਸਮਝ ਤੋਂ, ਗੁਰੂ ਦੇ ਉਪਦੇਸ਼ ਤੋਂ ਜਿਹੜਾ ਆਤਮਿਕ ਸੁੱਖ ਮਿਲਦਾ ਹੈ ਨਾ, ਉਹ ਸੁੱਖ ਜਦੋਂ ਮਿਲਦਾ ਤੇ ਫਿਰ ਦੁੱਖ ਨਾ ਲੱਗੇ ਆਏ। ਫਿਰ ਮਾਨਸਿਕ ਤੌਰ ਤੇ ਬੰਦਿਆ ਤੂੰ ਕਦੀ ਦੁਖੀ ਨਹੀਂ ਹੁੰਦਾ, ਫਿਰ ਤੂੰ ਕਦੀ ਪਰੇਸ਼ਾਨ ਨਹੀਂ ਹੋਵੇਂਗਾ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਜਿਹੜਾ ਜੰਮਣ ਤੇ ਮਰਨ ਦਾ ਜਿਹੜਾ ਚੱਕਰ ਹੈ ਨਾ, ਬਾਰ-ਬਾਰ ਦਾ ਜਿਹੜਾ ਜਨਮ ਹੈ, ਬਾਰ-ਬਾਰ ਦਾ ਜਿਹੜਾ ਮਰਨ ਹੈ, ਫਿਰ ਇਹ ਮਿਟ ਜਾਂਦਾ ਹੈ। ਜੰਮਣ ਮਰਨਾ ਮਿਟ ਗਿਆ। ਵੇਖੋ ਸਰੀਰਕ ਜਨਮ ਹੈ ਨਾ ਜਿਹੜਾ, ਇਹ ਸਾਡੇ ਗੁਰੂਆਂ ਦਾ ਵੀ ਸਰੀਰਕ ਜਨਮ ਹੋਇਆ, ਭਗਤਾਂ ਦਾ ਵੀ ਹੋਇਆ। ਜਿੰਨੇ ਵੀ ਦੁਨੀਆ ਵਿੱਚ ਆਏ ਸਭ ਨੇ ਜਨਮ 5 ਤੱਤਾਂ ਦਾ ਸਰੀਰ ਤੇ 10 ਇੰਦਰੇ ਉਹਦੇ ਦੁਨੀਆ ਵਿੱਚ ਉਹ ਬਣੇ ਤੇ ਭੋਗ ਕੇ ਤੁਰ ਗਿਆ। ਪਰ ਅਸਲੀ ਜੰਮਣ ਮਰਨਾ ਕੀ ਹੈ? ਜੰਮਣ ਮਰਨਾ ਮਿਟ ਗਿਆ। ਜਿਹੜੇ ਤੇਰੇ ਮਨ ਵਿੱਚ ਬਾਰ-ਬਾਰ ਭੈੜੇ ਖਿਆਲ, ਵਿਕਾਰ, ਵਾਸ਼ਨਾਵਾਂ ਦਾ ਜਿਹੜਾ ਬਾਰ-ਬਾਰ ਤੇਰੇ ਜਨਮ ਹੋ ਰਿਹਾ ਨਾ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਇਹ ਮਿਟ ਜਾਏਗਾ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਕਹਿੰਦੇ ਜਿਹੜੀ ਮੌਤ ਹੈ ਨਾ, ਉਹਦਾ ਵੀ ਤੇਰੇ ਤੇ ਫਿਰ ਵਸ ਨਹੀਂ ਚੱਲਣਾ। ਹਰ ਸੇਤੀ ਮਨ ਰੱਬ ਰਹਿਆ, ਸੱਚੇ ਰਿਹਾ ਸਮਾਏ। ਜਿਸ ਜੀਵ ਦਾ ਮਨ ਹਰ ਸੇਤੀ, ਸੇਤੀ ਦੇ ਅਰਥ ਨੇ ਪਰਮਾਤਮਾ ਦੇ ਨਾਲ, ਹਰ ਸੇਤੀ ਮਨ ਰੱਬ ਰਹਿਆ, ਸੱਚੇ ਰਿਹਾ ਸਮਾਏ। ਜਿਹਦਾ ਮਨ ਆਪਣੇ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਤੇ ਉਹ ਆਪਣੇ ਗੁਰੂ ਦੇ ਸ਼ਬਦ ਨਾਲ ਹੀ ਆਪਣੀ ਸੁਰਤ ਸਮਾਏ ਭਾਵ ਜੋੜ ਲੈਂਦਾ ਹੈ। ਤੇ ਸਤਿਗੁਰੂ ਕਹਿੰਦੇ ਉਹਨਾਂ ਸੱਜਣਾ ਤੋਂ, ਉਹਨਾਂ ਮਿੱਤਰਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਨਾ। ਕਿੰਨਾ ਤੋਂ? ਨਾਨਕ ਹੋਂ ਬਲਿਹਾਰੀ ਤਿਨ ਕੋ, ਜੋ ਚੱਲਣ ਸਤਿਗੁਰ ਪਾਏ। ਤੋ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਕੇ, ਉਹਨਾਂ ਤੋਂ ਕੁਰਬਾਨ ਜਾਨਾ ਜੋ ਸਤਿਗੁਰੂ ਦੇ ਪਿਆਰ ਵਿੱਚ, ਗੁਰੂ ਦੇ ਉਪਦੇਸ਼ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ 1 ਅਕਤੂਬਰ 1873 ਦੇ ਵਿੱਚ, ਠਾਕੁਰ ਸਿੰਘ ਸੰਧਾਵਾਲੀਆ, ਭਾਈ ਜਵਾਰ ਸਿੰਘ, ਭਾਈ ਮਈਆ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ, ਜਿਹਦਾ ਰਵਿਦਾਸੀਆਂ ਦੇ ਘਰ ਦਾ ਜਨਮ ਸੀ, ਗਿਆਨੀ ਦਿੱਤ ਸਿੰਘ ਜੀ ਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਵਰਗੇ ਇਹਨਾਂ 5 ਯੋਧਿਆਂ ਦੀ ਬਦੌਲਤ ਸਿੰਘ ਸਭਾ ਲਹਿਰ ਸ਼ੁਰੂ ਹੋਈ ਸੀ। ਕਿੰਨੇ ਕਿਨੇ ਪੰਜਾਬ ਦੇ ਵਿੱਚ ਡੇਰੇ, ਕਿੰਨੇ ਕਿਨੇ ਉਹ ਗੁਰਦੁਆਰੇ ਜਿੱਥੇ ਇਹਨਾਂ ਯੋਧਿਆਂ ਦਾ ਜਨਮ ਦਿਨ ਮਨਾਇਆ ਜਾਂਦਾ ਹੋਵੇ। ਤੇ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਹੈ, ਕਹਿੰਦੇ ਜਿਸ ਸਮੇਂ 1873 ਵਿੱਚ ਸਿੰਘ ਸਭਾ ਲਹਿਰ ਦਾ ਆਗਾਜ਼ ਕਿਉਂ ਹੋਇਆ? ਕਿਉਂਕਿ 1849 ਦੇ ਵਿੱਚ ਜਿਹੜਾ ਖਾਲਸਾ ਰਾਜ ਸੀ, ਇਹਦਾ ਸੂਰਜ ਡੁੱਬ ਚੁੱਕਿਆ ਸੀ ਤੇ ਉਸ ਸਮੇਂ ਤਕਰੀਬਨ ਸਾਲ ਤੋਂ ਬਾਅਦ ਹੀ ਕਹਿੰਦੇ ਅੰਗਰੇਜ਼ ਰਾਜ ਪੰਜਾਬ ਦੀ ਧਰਤੀ ਤੇ ਸਥਾਪਿਤ ਹੋ ਗਿਆ। ਤੇ ਇਹਨਾਂ ਗੋਰਿਆਂ ਨੇ ਉਸ ਸਮੇਂ ਕੁਝ ਕੁ ਜਿਹੜੇ ਪੰਜਾਬ ਦੀ ਧਰਤੀ ਤੇ ਬਾਬੇ ਸਾਧ ਸਨ, ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਕੇ ਇਹਨਾਂ ਨੂੰ ਜਗ੍ਹਾ ਜਗ੍ਹਾ ਸਥਾਪਿਤ ਕਰ ਦਿੱਤਾ ਗਿਆ। ਤੇ ਹਰਮੰਦਰ ਸਾਹਿਬ, ਇਹ ਇਤਿਹਾਸ ਹੈ ਕੋਲੋਂ ਨਹੀਂ, ਸਿੰਘ ਸਭਾ ਲਹਿਰ ਤੁਸੀਂ ਗੂਗਲ ਤੇ ਹੁਣੀ ਭਰ ਲਓ ਤੇ ਤੁਹਾਡੇ ਸਾਹਮਣੇ ਆ ਜਾਣਾ ਹੈ। ਕਹਿੰਦੇ ਜਿਸ ਸਮੇਂ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਪ੍ਰਕਰਮਾਂ ਸਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਲ ਦੌਰਾਨ ਜਿਹੜੇ ਪੰਜਾਬੀ ਸਨ ਉਹ ਸਿੱਖ ਤਾਂ ਬਣ ਗਏ, ਦਰਅਸਲ ਉਹ ਸਿੱਖੀ ਦਾ ਮਿਲਗੋਭਾ ਹੋ ਗਿਆ। ਸਿੱਖੀ ਦਾ ਜਿਹੜਾ ਰੂਪ ਸੀ ਉਹ ਧੁੰਦਲਾ ਪੈਣਾ ਸ਼ੁਰੂ ਹੋ ਗਿਆ। ਤੇ ਜਿਸ ਸਮੇਂ ਅੰਮ੍ਰਿਤਸਰ ਦੀ ਧਰਤੀ ਤੇ ਸਰੋਵਰ ਦੀਆਂ
ਪ੍ਰਕਰਮਾਂ ਦੇ ਆਲੇ ਦੁਆਲੇ ਕਹਿੰਦੇ ਵੱਖੋ ਵੱਖ ਧਰਮਾਂ ਦੇ ਲੋਕ ਆ ਕੇ ਬਹਿ ਗਏ। ਆਪੋ ਆਪਣੀਆਂ ਮੂਰਤੀਆਂ ਉਹਨਾਂ ਨੇ ਸਥਾਪਿਤ ਕੀਤੀਆਂ, ਆਪੋ ਆਪਣੇ ਤਰੀਕੇ ਨਾਲ ਉਹਨਾਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੇ ਵਿੱਚ ਵੀ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਸਨ ਤੇ ਦਰਬਾਰ ਸਾਹਿਬ ਦੇ ਸਰੋਵਰ ਦੇ ਆਲੇ ਦੁਆਲੇ ਗਦੈਲੇ ਲਾ ਕੇ ਇਹ ਪੁਜਾਰੀ ਲੋਕ ਬਾਬੇ ਬਣ ਕੇ ਬਹਿ ਗਏ ਸਨ। ਤੇ ਫਿਰ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਯੋਧਿਆਂ ਦੀ ਬਦੌਲਤ ਫੜ ਫੜ ਕੇ ਗਦੈਲੇ ਤੇ ਸਣੇ ਇਹਨਾਂ ਨੂੰ ਸਰੋਵਰ ਵਿੱਚ ਵਗਾ ਕੇ ਮਾਰਿਆ। ਉਹਨਾਂ ਸਿੱਖੀ ਦਾ ਪ੍ਰਚਾਰ ਕੀਤਾ। ਅੱਜ ਉਹਨਾਂ ਨੂੰ ਯਾਦ ਆਪਾਂ ਨਹੀਂ ਕਰ ਰਹੇ। ਦਰਅਸਲ ਅੱਜ ਜਿਹੜੀ ਯਾਦ ਆਪਾਂ ਉਹਨਾਂ ਲੋਕਾਂ ਦੀ ਮਨਾਉਂਦੇ ਆ ਜਿਨ੍ਹਾਂ ਨੇ ਇੰਜ ਕਹਿ ਲਓ ਸਿੱਖੀ ਲਈ ਕੁਝ ਨਹੀਂ ਕੀਤਾ, ਸਗੋਂ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਉਹਨਾਂ ਨੇ ਤੇਲ ਪਾਇਆ, ਕੁਝ ਕੁ ਨੂੰ ਛੱਡ ਕੇ, ਸਾਰਿਆਂ ਨੂੰ ਨਹੀਂ, ਕੁਝ ਕੁ ਨੂੰ ਛੱਡ ਕੇ ਬਾਕੀਆਂ ਨੇ ਇਹੀ ਕੰਮ ਕੀਤਾ ਹੈ। ਜਿਸ ਸਮੇਂ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਕਹਿੰਦੇ 1873 ਦੇ ਵਿੱਚ ਨਾ ਲਾਹੌਰ ਦੇ ਵਿੱਚ ਬਹੁਤ ਵੱਡੀ ਕਾਨਫਰੰਸ ਲੱਗੀ ਸੀ। ਉਸ ਕਾਨਫਰੰਸ ਦੀ ਸਮਾਪਤੀ ਹੋਈ। ਇੱਕ ਬੰਨੇ ਕਥਾ ਕੀਰਤਨ ਦੀਵਾਨ ਸਜਿਆ ਤੇ ਗਿਆਨੀ ਦਿੱਤ ਸਿੰਘ ਦੀਵਾਨ ਸੁਣਦੇ ਨੇ ਤੇ ਦੀਵਾਨ ਸੁਣ ਕੇ ਜਦੋਂ ਉੱਠ ਕੇ ਜਾਂਦੇ ਨੇ ਤਾਂ ਪ੍ਰਸ਼ਾਦ ਨਹੀਂ ਲੈਂਦੇ। ਕਿਸੇ ਸੱਜਣ ਨੇ ਪੁੱਛਿਆ ਵੀ ਤੁਸੀਂ ਪ੍ਰਸ਼ਾਦ ਨਹੀਂ ਲੈ ਰਹੇ, ਕੀ ਗੱਲ? ਉਹ ਕਹਿੰਦੇ ਸਾਨੂੰ ਪ੍ਰਸ਼ਾਦ ਦਿੱਤਾ ਨਹੀਂ ਜਾਂਦਾ ਤੇ ਜਦੋਂ ਮੈਂ ਪ੍ਰਸ਼ਾਦ ਲੈਣਾ, ਮੇਰੇ ਪ੍ਰਸ਼ਾਦ ਲੈਣ ਕਰਕੇ ਕਹਿੰਦੇ ਇਹ ਸਾਰਾ ਕੁਝ ਇਹਨਾਂ ਦੀ ਮਰਜ਼ਾਦਾ ਭਿੱਟੀ ਜਾਂਦੀ ਹੈ। ਤੇ ਉਸ ਸਮੇਂ ਕੌਮ ਦੀ ਇਹ ਹਾਲਤ ਬਣ ਚੁੱਕੀ ਸੀ ਤੇ ਉਸ ਸਮੇਂ ਗਿਆਨੀ ਦਿੱਤ ਸਿੰਘ ਤੇ ਇਹਨਾਂ ਪੰਜਾਂ ਗੁਰਸਿੱਖਾਂ ਨੇ ਰਲ ਕੇ ਫਿਰ 1873 ਦੇ ਵਿੱਚ ਸਿੰਘ ਸਭਾ ਜਿਹੜੀ ਲਹਿਰ ਸੀ ਇਹਦਾ ਆਗਾਜ਼ ਕੀਤਾ। ਤੇ ਉਸ ਸਮੇਂ ਜਿਹੜਾ ਈਸਾਈ ਮਤ ਸੀ ਨਾ, ਗੋਰਿਆਂ ਨੇ ਈਸਾਈ ਮਤ ਦਾ ਧੜਾ ਧੜ ਪੰਜਾਬ ਦੀ ਧਰਤੀ ਦੇ ਉੱਪਰ ਪ੍ਰਚਾਰ ਸ਼ੁਰੂ ਕਰ ਦਿੱਤਾ। ਮਿਸ਼ਨਰੀ ਜਿਹੜੇ ਪ੍ਰਚਾਰਕ ਸਨ ਈਸਾਈ, ਇਹਨਾਂ ਦੇ ਕੇਵਲ ਤੇ ਕੇਵਲ ਸਿੱਖਾਂ ਦੀ ਕਰੋੜਾਂ ਦੀ ਆਬਾਦੀ ਵਿੱਚੋਂ ਵਿਦਵਾਨ ਕਹਿੰਦੇ ਉਸ ਸਮੇਂ ਕੇਵਲ 16 ਲੱਖ ਆਬਾਦੀ ਸਿੱਖਾਂ ਦੀ ਰਹਿ ਗਈ ਸੀ ਤੇ ਧੜਾ ਧੜ ਸਾਰੇ ਈਸਾਈ ਬਣਨੇ ਸ਼ੁਰੂ ਹੋ ਗਏ ਸਨ। ਫਿਰ ਗਿਆਨੀ ਦਿੱਤ ਸਿੰਘ ਨੇ 50 ਕਿਤਾਬਾਂ ਲਿਖੀਆਂ ਨੇ। ਹੋ ਸਕਦਾ ਹੈ 50 ਵਿੱਚੋਂ ਅਸੀਂ ਇੱਕ ਪੜ੍ਹਨੀ ਤਾਂ ਦੂਰ ਅਸੀਂ ਵੇਖੀ ਨਾ ਹੋਵੇ। 50 ਕਿਤਾਬਾਂ ਲਿਖੀਆਂ, 50 ਉਹਨਾਂ ਨੇ ਟਰੈਕ ਛਾਪੇ, ਦਿਨ ਰਾਤ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਜਗ੍ਹਾ ਜਗ੍ਹਾ ਉਹਨਾਂ ਨੇ ਸਿੱਖੀ ਦਾ ਇੰਨਾ ਕੁ ਪ੍ਰਚਾਰ ਕੀਤਾ ਕਿ ਗੋਰਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਇਹ ਕੌਣ ਨੇ 5 ਜਾਣੇ ਜਿਹੜੇ ਆਰਥਿਕ ਪੱਖੋਂ ਵੀ ਇਹਨਾਂ ਦੇ ਕੋਲ ਕੋਈ ਧਨ ਦੌਲਤ ਨਹੀਂ, ਕੋਈ ਇਹਨਾਂ ਦੇ ਕੋਲ ਕੁਝ ਵੀ ਨਹੀਂ, ਪਰ ਵਿਦਿਅਕ ਪੱਖੋਂ ਇਹ ਬਹੁਤ ਮਹਾਨ ਨੇ। ਵੱਡੇ ਵੱਡੇ ਪੰਡਤਾਂ ਨਾਲ, ਵੱਡੇ ਵੱਡੇ ਇੰਜ ਕਹਿ ਲਓ ਮਿਸ਼ਨਰੀ ਜਿਹੜੇ ਪ੍ਰਚਾਰਕ ਸਨ ਈਸਾਈਆਂ ਦੇ, ਉਹਨਾਂ ਦੇ ਨਾਲ ਉਹਨਾਂ ਦੇ ਕੋਲ ਜਾ ਜਾ ਕੇ ਪ੍ਰਚਾਰ ਕਰਕੇ ਵੱਡੇ ਵੱਡੇ ਮਿਸ਼ਨਰੀ ਪ੍ਰਚਾਰਕਾਂ ਨੂੰ ਹਰਾਉਣ ਵਾਲੇ ਗਿਆਨੀ ਦਿੱਤ ਸਿੰਘ ਸਨ। ਪਰ ਉਹਨਾਂ ਸਮਿਆਂ ਵਿੱਚ ਇਹਦੇ ਨਾਲ ਵੀ ਵਿਤਕਰਾ ਕੀਤਾ ਜਾਂਦਾ ਵੀ ਇਹ ਰਵਿਦਾਸੀਆ ਹੈ, ਇਹ ਚਮਾਰ ਹੈ, ਪਰ ਗਿਆਨੀ ਦਿੱਤ ਸਿੰਘ ਨੇ ਆਪਣਾ ਹੌਸਲਾ ਨਹੀਂ ਛੱਡਿਆ। ਸਾਰੀ ਜ਼ਿੰਦਗੀ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਸਿੱਖ ਕੌਮ ਦੇ ਲੇਖੇ ਲਾਈ, ਕਿਉਂਕਿ 1849 ਤੋਂ ਬਾਅਦ ਤਾਂ ਬਿਲਕੁਲ ਖਾਲਸਾ ਰਾਜ ਦਾ ਜਿਹੜਾ ਸੂਰਜ ਸੀ ਡੁੱਬ ਚੁੱਕਿਆ ਸੀ। ਕਾਸ਼ ਕਹਿੰਦੇ ਇਹ 5 ਯੋਧੇ ਸਿੰਘ ਸਭਾ ਲਹਿਰ ਦਾ ਆਗਾਜ਼ ਨਾ ਕਰਦੇ ਤਾਂ ਸਿੱਖੀ ਅੱਜ ਜਿਹੜੀ ਵਿਖਾਈ ਦੇ ਰਹੀ ਹੈ ਨਾ, ਇਹ ਸਾਨੂੰ ਲੱਭਣੀ ਨਹੀਂ ਸੀ। ਇਹ ਉਹਨਾਂ ਦੀ ਬਦੌਲਤ ਹੈ। ਅੱਜ ਹਰਿਮੰਦਰ ਸਾਹਿਬ ਦੇ ਵਿੱਚ ਜੇ ਕੀਰਤਨ ਹੋ ਰਿਹਾ ਹੈ, ਜੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ, ਇਹ ਇਹਨਾਂ ਯੋਧਿਆਂ ਦੀ ਬਦੌਲਤ ਹੈ, ਇਹ ਇਹਨਾਂ ਦੀ ਘਾਲਣਾ ਹੈ। ਜਿਵੇਂ ਅੱਜ ਅਸੀਂ ਇੱਥੇ ਬੈਠੇ ਹਾਂ, 1857 ਦੇ ਵਿੱਚ ਗਦਰ ਲਹਿਰ ਸ਼ੁਰੂ ਹੋਈ ਸੀ। ਗਦਰ ਲਹਿਰ ਨੂੰ ਵੀ ਖਤਮ ਕਰਨ ਦੇ ਵਾਸਤੇ ਵੀ ਉਸ ਸਮੇਂ ਪੰਜਾਬ ਦੇ ਕੁਝ ਕੁ ਬਾਬਿਆਂ ਦਾ ਵੀ ਬਹੁਤ ਵੱਡਾ ਹੱਥ ਸੀ, ਪਰ ਕਹਿੰਦੇ ਇਹਨਾਂ ਯੋਧਿਆਂ ਨੇ ਗਦਰ ਲਹਿਰ ਨੂੰ ਵੀ ਕਾਮਯਾਬ ਕੀਤਾ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ, ਜੇ ਗਦਰੀ ਬਾਬੇ ਕੁਝ ਕਰਕੇ ਗਏ ਤੇ ਅੱਜ ਆਪਾਂ ਇੱਥੇ ਬੈਠੇ ਹਾਂ। ਜੇ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਵਰਗੇ ਜੇ ਕੁਝ ਨਾ ਕੁਝ ਕਰਕੇ ਗਏ ਨੇ ਤੇ ਅੱਜ ਆ ਸਾਡੇ ਕੋਲ ਸਿੱਖੀ ਹੈ, ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਸਿੱਖੀ ਦਾ ਆਕਾਰ ਸੀ ਨਾ, ਸਿੱਖੀ ਜਿਹੜੀ ਨਿਆਰੀ ਸੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਿੱਖੀ ਦੀ ਜਿਹੜੀ ਸੰਪੂਰਨਤਾ ਸੀ ਨਾ, ਜਿਹਨੂੰ ਬਿਲਕੁਲ ਮੰਜ਼ਿਲ ਤੇ ਪਹੁੰਚਾਉਣ ਵਾਲੇ ਸਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ।
इस लिए आपां बेनती तां कीती सी भी अज ਸਿੰਘ सभा लहर का जिहड़ा आगाज 1 अक्तूबर नूं होया सी ते उन्हां योधियां नूं याद करना साडा फर्ज बनदा है, जिन्हां ने कौम वास्ते अपना आप वारिया। अपनी कीमती जिंदगी विचों बंदा कहंदा 4 दिन की जिंदगी है, ऐशो आराम की आपां बतीत करिए, पर उन्हां ने वो 4 दिन की जिंदगी 51 सालां विच 51 सालां विच उन्हां ने इन्ना कुछ कीता। 51 साल की उम्र दे विच भाव जिंदगी का अद्धा हिस्सा उन्होंने अपने गुरु दे लेखे ला दिता। इहनूं कहंदे ने गुर सेवा ते उन्होंने गुरु की जिहड़ी सेवा सी वो किवें कीती, गुरु दे दसे उपदेश दे मुताबक। क्योंकि जिहड़ा बाणी का फैसला हुंदा है ना, बाणी का बचन ये कोई ये नहीं भी केवल ते केवल इक्को गल ते शब्द ढुकदा है। बाणी भूतकाल, वर्तमान, भविखत, फ्यूचर, आउण वाला समा, तिन्ना कालां दे विच गुरु का शब्द ढुकदा है। तो मेरे सतगुरु जी कृपा करते ने, नानक हौं बलिहारी तिन को जो चलन सतगुर पाए। मैं उन्हां गुरसिखां तो कुर्बान जाना जिदा अरदास विच नाम किसे दा नहीं लिया, इशारा कीता है जिन्हां ਸਿੰਘਾਂ ਸਿੰਘਣੀਆਂ ने धर्म हेत सीस दिते। इस तरह बाणी विच नाम नहीं किसी का लिया। जिमें जिमें कोई जन्म शरीर धारण करके परोपकार करेगा तो मेरे सतगुरां ने वो बाणी विच कह दिता, मैं उन्हां तो कुर्बान जाना सदके जाना जो चलन सतगुर पाए। पाए दे अर्थ ने प्यार, जिहड़े गुरु दे प्यार विच तुरदे ने। महला तीजा, बिन शब्दै शुद्ध ना होवई जे अनेक करें शिंगार। सतगुरु जी कृपा करते हैं, सतगुरु दे शब्द ते गुरु दे शब्द तो बिना शिंगार लफज आया। शिंगार एक बाहरों मेरे सतगुरां ने प्रमाण लिया, गल अंदर दी कीती है। एक हुंदा है बाहरला शिंगार, एक हुंदा है अंदर रब्बी गुणां दा शिंगार। जिवें कहंदे कुछ अमली इकट्ठे होके ना किसी नदी किनारे बह गए, वो कहते भी चलो आपां इस नदी नूं पार करते हैं। बेड़ी विच बैठे भंग दे नशे विच जां शराब दे नशे विच धुत ने, बेड़ी विच बैठे ने, चप्पू मार रहे ने। चप्पू मारदियां मारदियां दिन चढ़न वाला हो गया ते एक नाल दा कहंदा वेख भी लो आपां किते पहुंच भी गए हैं जां नहीं। तो दूजा कहन लगा भी आपां कित्थे पहुंचना है। कहंदे जेड़ी बेड़ी ने बन्ने लाउणा सी, कहंदे ओ बेड़ी दे रस्से तां आपां खोले नहीं, आपां किते भी नहीं पहुंचना। आपां तां उत्थे ही खड़े आ सारी रात, चप्पू मारदे रहे ते बाहां पीड़ होण लग पईआं। ते इह तों भाव सिੱਖਿਆ ਇਹ मिलदी है कि वेखो बंदा धार्मिक ਕੰਮਾਂ दे जप तप दे सेवा सिमरन दे दान पुन दे सारी जिंदगी चप्पू मारदा रहिंदा है, पर जिहड़ी जीवन रूप बेड़ी वਹਿਮਾਂ ਭਰਮਾਂ ਦੇ ਰੱਸਿਆਂ ਨਾਲ ਬੰਨੀ है, कहंदे ਉਹ नहीं खोलदा। फिर कित्थे पहुंचेगा? जे अमली नहीं किते पहुंचे तो आपां भी नहीं किते पहुंचना। इसलिए बंदियां जो तू धार्मिक कर्म करदा भी है ते तैनूं वਹਿਮਾਂ ਭਰਮਾਂ दे रस्से जे खोलेगा तो तेरी जीवन रूप बेड़ी तां बन्ने लगेगी। तो मेरे सतगुरु कहंदे बिन शब्द है, बिना शब्द गुरु दे ज्ञान उपदेश तो बाणी तो बिना हिरदा शुद्ध नहीं हो सकता। बिन शब्द है शुद्ध ना होवई जे अनेक करें सिंगार। कहंदे बाहरों भावें तू जिन्ना मर्जी जीव रूप इस्तरी आत्मा की गल हो रही है, बाहरों ये बहुत सिंगार कर रही है, धर्म दे शिंगार कर ले, पर कहंदे अपने गुरु नूं परवान नहीं। फिर की सार ना जानी, फिर कौन है पति। कहंदे पति रूप परमात्मा दी ये सार कदर नहीं जानदी। दूजे पाए प्यार, कहंदे पति रूप परमात्मा नूं खुश करन दे वास्ते ने धार्मिक कर्म तां बहुत कर ले, पर दूजे भाए प्यार ये प्रभु मालक नूं छड्ड के ने आस दूजियां दी भी लाई है। सा कुसुध सा कुलखणी नानक नारी विच कुनार। पातशाह कहंदे सा कुसुध, कहंदे हे नानक ये जिहड़ी जीव रूप इस्तरी है, मान लो जिहड़ी आत्मा रूप इस्तरी है, मानो ये बहुत खोटी है, ये बड़े ही भैड़े ते खोटे सुभाव वाली है,
ਇਹ ਨਾਰੀਆਂ ਦੇ ਵਿੱਚੋਂ ਇੱਕ ਭੈੜੀ ਨਾਰੀ ਹੈ। ਕਿਹਨੂੰ ਕਹਿੰਦੇ ਨੇ? ਆਤਮਾ ਨੂੰ। ਗੱਲ ਇੱਥੇ ਆਤਮਾ ਦੀ ਹੋ ਰਹੀ ਹੈ, ਗੱਲ ਇੱਥੇ ਬਾਹਰਲੇ ਸਰੀਰਕ ਜਾਮੇ ਦੀ ਨਹੀਂ। ਤੇ ਪਾਤਸ਼ਾਹ ਕਿਰਪਾ ਕਰਦੇ ਨੇ, ਫਿਰ ਮੈਂ ਉਹਨਾਂ ਤੋਂ ਕੁਰਬਾਨ ਜਾਨਾ, ਸਦਕੇ ਜਾਨਾ। ਕਿੰਨਾ ਤੋਂ? ਆਓ ਅਗਲੇ ਬਚਨ ਵਿੱਚ ਪੌੜੀ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ। ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ, ਹਰ ਨਾਮ ਧਿਆਈ, ਹਰ ਉਚਰਾ, ਹਰ ਲਾਹਾ ਲੈਣੀ। ਹੈ ਹਰੀ ਆਪਣੀ ਮਿਹਰ ਕਰ, ਮੈਂ ਤੇਰੀ ਬਾਣੀ ਦੇ ਦੁਆਰਾ ਤੇਰਾ ਜਿਹੜਾ ਜਸ ਹੈ ਨਾ ਉਹ ਮੈਂ ਉਚਾਰਨ ਕਰਾਂ। ਹਰ ਹਰ ਆਪਣੀ ਦਇਆ ਕਰ, ਤੁਸੀਂ ਕਿਰਪਾ ਕਰੋ। ਤੁਹਾਡੀ ਕਿਰਪਾ ਦੇ ਦੁਆਰਾ ਮੈਂ ਮੁਖ ਤੋਂ ਤੁਹਾਡੀ ਸੋਭਾ ਕਰਾਂ, ਵਡਿਆਈ ਕਰਾਂ। ਹਰ ਨਾਮ ਧਿਆਈ, ਹਿਰਦੇ ਰੂਪ ਘਰ ਵਿੱਚੋਂ ਨਾਮ ਨੂੰ ਧਿਆਵਾਂ ਤੇ ਮੁਖ ਦੇ ਵਿੱਚੋਂ ਉਚਾਰਨ ਕਰਾਂ। ਹਰ ਨਾਮ ਧਿਆਈ, ਹਰ ਉਚਰਾ, ਹਰ ਲਾਹਾ ਲੈਣੀ। ਤੋ ਇਸ ਜ਼ਿੰਦਗੀ ਦਾ, ਇਸ ਜੀਵਨ ਦਾ, ਮਨੁੱਖਾ ਜਨਮ ਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੂੰ ਲਾਹਾ ਲੈਣਾ ਕਰ। ਅਗਲੇ ਬਚਨ ਨੇ ਜੋ ਜਪਦੇ ਹਰ ਹਰ ਦਿਨ ਰਾਤ, ਤਿਨਹੋਂ ਕੁਰਬੈਣੀ। ਜਿਹੜੇ ਉਸ ਮਾਲਕ ਦੀ ਰਜ਼ਾ ਵਿੱਚ ਦਿਨ ਰਾਤ ਰਹਿੰਦੇ ਨੇ। ਜਪਣ ਤੋਂ ਭਾਵ ਜਿੱਥੇ ਜਪਣਾ ਹੈ, ਦੂਜੇ ਅਰਥ ਨੇ ਉਹਦੀ ਰਜ਼ਾ ਦੇ ਵਿੱਚ ਰਹਿਣਾ, ਉਹਦੇ ਹੁਕਮ ਦੇ ਵਿੱਚ ਰਹਿਣਾ। ਜੋ ਜਪਦੇ ਹਰ ਹਰ ਦਿਨ ਰਾਤ, ਦਿਨ ਤੇ ਰਾਤ, ਤਿਨਹੋਂ ਕੁਰਬੈਣੀ। ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰ ਸਦਕੇ ਜਾਨਾ, ਜਿਹੜੇ ਤੇਰੇ ਹੁਕਮ ਦੀ ਪਾਲਣਾ ਕਰਦੇ ਨੇ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿੰਨ ਜਨ ਦੇਖਾ ਨੈਣੀ। ਕਹਿੰਦੇ ਜਿਨ੍ਹਾਂ ਨੇ ਮੇਰਾ ਪਿਆਰਾ ਸਤਿਗੁਰੂ, ਉਹ ਵਾਹਿਗੁਰੂ ਮਨੁੱਖਾ ਜਨਮ ਧਾਰਨ ਕਰਕੇ ਆਰਾਧਿਆ, ਉਹਦੀ ਬਾਣੀ ਨੂੰ, ਉਹਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ। ਤਿੰਨ ਜਨ ਦੇਖਾ ਨੈਣੀ, ਉਹੋ ਜੇ ਗੁਰਮੁਖਾਂ ਨੂੰ ਮੈਂ ਆਪਣੇ ਨੇਤਰਾਂ ਨਾਲ ਤੱਕਾਂ, ਉਹਨਾਂ ਦੇ ਦਰਸ਼ਨ ਕਰਾਂ। ਸਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅਰਦਾਸ ਵਿੱਚ ਇਹ ਲਫ਼ਜ਼ ਐਵੇਂ ਨਹੀਂ ਐਡ ਕੀਤੇ ਗਏ, ਇਹਦਾ ਭਾਵ ਇਹ ਸੀ ਕਿਉਂਕਿ ਪਹਿਲੋਂ ਲੋਕ ਆਪ ਹੀ ਲੰਬਰਦਾਰ ਬਣਾਉਂਦੇ ਤੇ ਆਪ ਹੀ ਕਹਿੰਦੇ ਲੰਬਰਦਾਰ ਮੱਥੇ ਲੱਗਾ ਬਹੁਤ ਮਾੜਾ ਹੁੰਦਾ ਹੈ। ਦਰਅਸਲ ਲੰਬਰਦਾਰ ਮੱਥੇ ਲੱਗਿਆ ਮਾੜਾ ਨਹੀਂ ਸੀ ਹੁੰਦਾ। ਉਹ ਹਰ ਮਹੀਨੇ ਜਾਂ 6 ਮਹੀਨਿਆਂ ਬਾਅਦ ਜਿਹੜਾ ਸਾਡਾ ਪਾਣੀ ਦਾ ਮਾਮਲਾ ਸੀ ਨਾ, ਉਹ ਚੇਤੇ ਕਰਾ ਦਿੰਦਾ ਸੀ ਵੀ ਭਰੋ ਮਾਮਲਾ, ਹੁਣ ਤੇ 6 ਮਹੀਨੇ ਹੋ ਗਏ। ਤੇ ਜਿਹੜਾ ਬੰਦਾ ਤੁਹਾਨੂੰ ਇਹ ਚੇਤੇ ਕਰਾਵੇ ਵੀ 6 ਮਹੀਨੇ ਹੋ ਗਏ, ਵੀ 5000 ਜਾਂ 2000 ਡਾਲਰ ਲੈਣਾ ਹੈ, ਉਹ ਦੱਸੋ ਵੀ ਸਾਨੂੰ ਕਦੇ ਚੰਗਾ ਲੱਗੂ? ਅਸੀਂ ਕਵਾਂਗੇ ਮੈਨੂੰ ਬਹੁਤ ਭੈੜਾ ਲੱਗਦਾ। ਚੰਗਾ ਉਹੀ ਲੱਗਦਾ ਜਿਹੜਾ ਕੁਝ ਤੁਹਾਨੂੰ ਦਏ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਸਦਕੇ ਜਾਨਾ, ਜਿਨ੍ਹਾਂ ਨੇ ਮਨੁੱਖਾ ਜੀਵਨ ਧਾਰਨ ਕਰਕੇ ਆਪਣੇ ਮਾਲਕ ਦੇ ਸੁਰਤ ਦੁਆਰਾ ਦਰਸ਼ਨ ਕੀਤੇ। ਤੇ ਅਰਦਾਸ ਵਿੱਚ ਕਹਿੰਦੇ ਆ ਸਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅਖੀਰ ਵਿੱਚ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ। ਵੀ ਜਿਹੜਾ ਨਾਮ ਜਪੇਗਾ ਉਹਦੀ ਚੜ੍ਹਦੀ ਕਲਾ ਹੋਵੇਗੀ। ਹੁਣ ਕਈ ਦਫਾ ਨਾਮ ਜਪ ਕੇ ਅਫਰੇਵਾਂ ਵੀ ਹੋ ਜਾਂਦਾ, ਕਈਆਂ ਨੂੰ ਹੰਕਾਰ ਹੋ ਜਾਂਦਾ, ਉਹ ਕਿਸੇ ਨੂੰ ਬੁਲਾਉਂਦੇ ਨਹੀਂ, ਕਹਿੰਦੇ ਬਹੁਤ ਨਾਮ ਜਪਦਾ ਹੈ। ਕਿਉਂਕਿ ਨਾਮ ਜਪਣ ਨਾਲ ਚੜ੍ਹਦੀ ਕਲਾ ਜਦੋਂ ਹੋਏਗੀ ਨਾ, ਉਹੀ ਬੰਦਾ ਸਰਬੱਤ ਦਾ ਭਲਾ ਮੰਗਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਉਹਦਾ ਨਾਮ ਜਪੇਗਾ, ਉਹਦੇ ਭਾਣੇ ਉਹਦੀ ਹੁਕਮ, ਉਹਦੇ ਰਜਾ ਵਿੱਚ ਰਹੇਗਾ ਤਾਂ ਤੇਰੀ ਚੜ੍ਹਦੀ ਕਲਾ ਹੋਵੇਗੀ। ਜੇ ਤੇਰੀ ਚੜ੍ਹਦੀ ਕਲਾ ਤਾਂ ਸਰਬੱਤ ਦਾ ਭਲਾ ਮੰਗੇਗਾ। ਜੇ ਤੂੰ ਹੀ ਮਨ ਵਿੱਚ ਢਹਿੰਦੀ ਕਲਾ ਲੈ ਕੇ ਫਿਰਦਾ ਤਾਂ ਫਿਰ ਦੂਜੇ ਦੀ ਚੜ੍ਹਦੀ ਕਲਾ ਤੂੰ ਨਹੀਂ ਮੰਗ ਸਕਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹੀ ਬੰਦਾ ਸਰਬੱਤ ਦਾ ਭਲਾ ਮੰਗੂ ਹੈ ਜਿਹੜਾ ਚੜ੍ਹਦੀ ਕਲਾ ਵਿੱਚ ਹੈ। ਤੇ ਇੱਥੇ ਮੇਰੇ ਸਤਿਗੁਰੂ ਅਖੀਰ ਵਿੱਚ ਕਹਿੰਦੇ ਹੋ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਸੈਣੀ ਤੋਂ ਭਾਵ ਹੈ ਰਿਸ਼ਤੇਦਾਰ। ਹੁਣ ਕਈਆਂ ਕਹਿਣਾ ਵੇਖੋ ਸੈਣੀ, ਇਹ ਤਾਂ ਮੇਰਾ ਗੋਤ ਆ ਗਿਆ ਵਿੱਚ। ਅੱਜ ਦਾ ਜਿਹੜਾ ਜ਼ਮਾਨਾ ਹੈ ਨਾ, ਅੱਜ ਕਿਸੇ ਨੂੰ ਤੁਸੀਂ ਸਿੰਘ ਕਹੋ, ਹਾਂ ਵੀ ਫਲਾਨਾ ਸਿੰਘ ਕੀ ਹਾਲ ਹੈ, ਉਹ ਇੰਨਾ ਨਹੀਂ ਖੁਸ਼ ਹੁੰਦਾ। ਅਸੀਂ ਫਕਰ ਮਹਿਸੂਸ ਕਰਦੇ ਹਾਂ ਜਦੋਂ ਕੋਈ ਸਾਨੂੰ ਕਹਿੰਦਾ ਬਰਾੜ ਸਾਹਿਬ,
ਗਿੱਲ ਸਾਹਿਬ, ਹੁਣ ਔਖੇ ਨਾ ਹੋ ਜੇ ਜੋ ਕਿਸੇ ਦਾ ਹੋਵੇ, ਤੇ ਫਿਰ ਅਸੀਂ ਕਹਿੰਦੇ ਆ ਗਿੱਲ ਸਾਹਿਬ, ਬਰਾੜ ਸਾਹਿਬ, ਢਾਲੀਵਾਲ ਸਾਹਿਬ। ਉਹ ਗੁਰੂ ਇਹ ਚੀਜ਼ਾਂ ਖਤਮ ਕਰਕੇ ਗਿਆ। ਉਸ ਗੁਰੂ ਦੀ ਹਜ਼ੂਰੀ ਦੇ ਵਿੱਚ ਖਲੋ ਕੇ ਅਸੀਂ ਗੁਰੂ ਦੀ ਕਿੰਨੀ ਨਿਰਾਦਰੀ ਕਰ ਰਹੇ ਹਾਂ। ਗੁਰੂ ਕਹਿੰਦਾ ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ। ਓਏ ਮੂਰਖ ਉਹ ਬੰਦਿਆ, ਤੂੰ ਜਾਤ ਦਾ ਹੰਕਾਰ ਕਰਦਾ। ਤੇਰੀ ਪਹਿਚਾਣ ਤੇਰੇ ਗੋਤ ਕਰਕੇ ਨਹੀਂ ਹੋਣੀ ਚਾਹੀਦੀ, ਤੇਰੀ ਪਹਿਚਾਣ ਤੇਰੇ ਸਿੰਘ ਤੇ ਕੌਰ ਕਰਕੇ ਹੋਣੀ ਚਾਹੀਦੀ ਹੈ। ਆ ਜਿਹੜੇ ਬਿੱਲ ਪਾਸ ਹੋਏ ਆ ਨਾ ਪੰਜਾਬ ਦੀ ਧਰਤੀ ਤੇ, ਪੂਰੇ ਹਿੰਦੁਸਤਾਨ ਦੇ ਵਿੱਚ ਇਹ ਗੌਰਮੈਂਟ ਨੇ ਬਿੱਲ ਲਾਗੂ ਕਰ ਦਿੱਤੇ ਨੇ। ਤੇ ਜਦੋਂ ਮਰਦਾਂਸ਼ੁਮਾਰੀ ਹੋਣੀ ਹੈ ਉਹਨਾਂ ਦੇ ਵਿੱਚ ਸਾਰੇ ਉਹ ਡੱਬੇ ਬਣੇ ਹੋਣਗੇ ਖਾਨੇ, ਜਿਹਦੇ ਵਿੱਚ ਉਹਨਾਂ ਨੇ ਜਾਤ ਗੋਤ ਲਿਖਿਆ ਹੋਵੇਗਾ। ਤੇ ਜੇ ਤਾਂ ਸਾਡੀ ਕੌਮ ਨੇ ਪਿੱਛੇ ਲਿਖਤਾ ਗੁਰਬਚਨ ਸਿੰਘ ਬਰਾੜ ਜਾਂ ਮਹਿੰਦਰ ਸਿੰਘ ਗਿੱਲ, ਫਿਰ ਸਮਝ ਲਓ ਕਿ ਇਹ ਸਿੱਖ ਕੌਮ ਦੀ, ਇੰਜ ਕਹਿ ਲਓ ਸਿੱਖ ਕੌਮ ਦੀ ਬਦਕਿਸਮਤੀ ਹੋਵੇਗੀ, ਕਿਉਂਕਿ ਤੁਹਾਡੀ ਗਿਣਤੀ ਫਿਰ ਗੋਤ ਲਿਖਣ ਨਾਲ, ਜਾਤ ਲਿਖਣ ਦੇ ਨਾਲ ਤੁਹਾਨੂੰ ਹਿੰਦੂ ਘੋਸ਼ਿਤ ਕੀਤਾ ਜਾਏਗਾ। ਪਰ ਜਦੋਂ ਤੁਸੀਂ ਉੱਥੇ ਜਾਤ ਗੋਤ ਛੱਡ ਕੇ ਉਹਦੇ ਵਿੱਚ ਆਪਣਾ ਨਾਮ ਸਿੰਘ ਤੇ ਕੌਰ ਲਿਖੋਗੇ ਤੇ ਸਿੱਖੋ ਤੁਹਾਡੀ ਗਿਣਤੀ ਸਿੰਘਾਂ ਵਿੱਚ ਵਧੇਗੀ, ਤੁਹਾਡੀ ਗਿਣਤੀ ਖਾਲਸਿਆਂ ਵਿੱਚ ਆਏਗੀ। ਇਹ ਵੀ ਗੌਰਮੈਂਟ ਨੇ ਚਾਲ ਚੱਲੀ ਹੈ, ਇਹ ਹੁਣ ਤੁਸੀਂ ਆਪ ਸੋਚਣਾ। ਹੁਣ ਕਈ ਗਿਲਾ ਨਾ ਕਰਿਓ, ਕਿਉਂਕਿ ਜੋ ਬਾਣੀ ਵਿੱਚ ਲਿਖਿਆ ਉਹ ਜੇ ਮੈਂ ਲੁਕੋਵਾਂਗਾ ਤਾਂ ਮੈਂ ਵੀ ਗੁਰੂ ਦਾ ਦੇਣਦਾਰ ਹਾਂ, ਜਿਹੜਾ ਗੁਰੂ ਰੋਜ਼ ਕਹਿੰਦਾ ਹੈ ਕਿ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ, ਜਿਨ ਕੀ ਲੇਖੈ ਪਤ ਪਵੇ ਚੰਗੇ ਸਈ ਕੇ। ਅੱਗੇ ਜਾਤ ਕਰਕੇ ਨਹੀਂ, ਅੱਗੇ ਗੋਤ ਕਰਕੇ ਨਹੀਂ ਵਡਿਆਈ ਹੋਣੀ, ਅੱਗੇ ਭਾਵ ਤੁਹਾਡੀ ਸੋਭਾ ਸਿਫਤ ਹੋਣੀ ਹੈ ਰੱਬੀ ਗੁਣਾਂ ਨੂੰ ਜਿਹਨੇ ਜੀਵਨ ਵਿੱਚ ਲਾਗੂ ਕੀਤਾ ਹੈ, ਜਿਹਨੇ ਉਸ ਪ੍ਰਮਾਤਮਾ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕੀਤਾ। ਮੇਰੇ ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਉ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਭਾਵ ਉਹ ਮੇਰਾ ਰਿਸ਼ਤੇਦਾਰ ਹੈ, ਉਹ ਮੇਰਾ ਸਾਕ ਸੰਬੰਧੀ ਹੈ, ਉਹ ਮੇਰਾ ਭਰਾ ਹੈ। ਕੌਣ? ਜਿਹੜਾ ਪ੍ਰਮਾਤਮਾ ਦੇ ਨਾਲ ਮਿਲਿਆ ਹੋਇਆ ਹੈ, ਜਿਹਨੇ ਮੈਨੂੰ ਪ੍ਰਮਾਤਮਾ ਦਾ ਰਸਤਾ ਮਾਰਗ ਦੱਸ ਦਿੱਤਾ ਹੈ। ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਪਾਤਸ਼ਾਹ ਜੀ ਕਿਰਪਾ ਕਰਨ। ਅੱਜ ਦਾ ਜਿਹੜਾ ਅੰਮ੍ਰਿਤ ਵੇਲੇ ਦਾ ਬਚਨ ਸੀ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ